ਨੌਜਵਾਨਾਂ ਨੂੰ ਜਿਹੜੇ ਇਸ ਲਈ ਤੇ ਤੁਰਨਾ ਚਾਹੁੰਦੇ ਆ, ਜਿਵੇਂ ਦੀਪ ਸਿੱਧੂ, ਉਹਨਾਂ ਨੂੰ ਮਾਰਿਆ ਜਾ ਰਿਹਾ ਹੈਗਾ। ਜਿਵੇਂ ਆ ਨੌਜਵਾਨ ਤੁਸੀਂ ਕਹਿ ਰਹੇ ਹੋ ਕਿ ਉਹਨੇ ਖਾਲਿਸਤਾਨ ਦਾ ਬਿਆਨ ਕੀਤਾ ਤੇ ਉਹਦੇ ਉੱਤੇ ਕਾਰਵਾਈ ਕਰਤੀ। ਇਹ ਡਰਾਬਾ ਬੜੇ ਲੰਬੇ ਸਮੇਂ ਦੇ ਉੱਤੋਂ ਸਾਡੇ ਉੱਤੇ ਹੁੰਦਾ ਰਿਹਾ। ਇਹ ਨਹੀਂ ਹੈਗਾ ਕਿ ਸਾਡੇ ਉੱਤੇ ਕੇਸ ਨਹੀਂ ਆਏ, ਪਰ ਇਹ ਹੈ ਕਿ ਅਸੀਂ ਕੇਸਾਂ ਨੂੰ ਨਿਬੜ ਕੇ ਅੱਗੇ ਤੁਰ ਪਏ ਹਾਂ। ਅਸੀਂ ਆਪਣੇ ਹੱਕਾਂ ਨੂੰ ਜਾਣਦੇ ਹਾਂ, ਅਸੀਂ ਅੱਗ 'ਚੋਂ ਲੰਘ ਚੁੱਕੇ ਹਾਂ ਤੇ ਸਾਡੇ ਨਾਲ ਇੰਨੀ ਛੇਤੀ ਇਹ ਪੰਗੇ ਨਹੀਂ ਲੈਂਦੇ ਜਿੰਨੀ ਦੇਰ ਸਾਨੂੰ ਆਪਣੇ ਹੱਕਾਂ ਦਾ ਪਤਾ ਹੈਗਾ। ਹਾਂ, ਭਾਰਤ ਨੇ ਤਾਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਢਹਿ ਢੇਰੀ ਕਰਕੇ ਹਮਲੇ ਕੀਤੇ ਹੋਏ ਹੈ, ਸਾਡੇ ਨੌਜਵਾਨ ਮਾਰੇ ਹੋਏ ਹੈ। ਅੱਜ ਤੁਸੀਂ ਜਿਹੜੀ ਉੱਥੇ ਦੁਰਗਿਆਨਾ ਮੰਦਿਰ ਦੀ ਸ਼ਮਸ਼ਾਨ ਘਾਟ ਹੈ, ਜਿੱਥੇ ਆਪਣੇ ਖਾਲੜਾ ਸਾਹਿਬ ਨੇ ਰਿਸਰਚ ਕੀਤੀ ਸੀ, ਉੱਥੇ 2000 ਤੋਂ ਉੱਤੇ ਲਾਸ਼ਾਂ ਇਹੋ ਜਿਹੀਆਂ ਪਛਾਤੀ ਉੱਥੇ ਫੂਕੀਆਂ ਹੋਈਆਂ, ਜਿਹਦੇ ਉੱਤੇ CBI ਨੂੰ ਵੀ ਬਿਆਨ ਕਰਨਾ ਪਿਆ ਸੀ ਕਿ ਇਹ ਜ਼ਬਰ ਹੋਇਆ ਹੈਗਾ। ਬਿਲਕੁਲ ਭਾਰਤ ਨੇ ਸਿੱਖਾਂ ਨਾਲ ਕੀਤਾ। 1984 'ਚ ਦਿੱਲੀ 'ਚ ਕਤਲੇਆਮ ਹੋਇਆ, ਹੋਂਦ ਝਿੱਲੜ ਹੋਈ ਹੈ, ਚਿਟੀ ਸਿੰਘਪੁਰਾ ਹੋਇਆ ਹੈਗਾ, UP ਦੇ ਸਾਰੇ ਸਟੇਟਾਂ ਦੇ ਵਿੱਚ ਇਹ ਕੰਮ ਹੋ ਚੁੱਕਿਆ ਹੈਗਾ। ਸੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ। ਯੂਕਰੇਨ ਜਾਣ ਦੀ ਮਾਨ ਸਾਹਿਬ ਦੇ ਨਾਲ ਤਿਆਰੀ ਕਰ ਰਹੇ ਹੋ ਜਾਂ ਕਿਵੇਂ ਜੀ? ਜਿੱਦਾਂ ਵੀ ਪ੍ਰੋਗਰਾਮ ਬਣਦੇ ਆ ਅਸੀਂ ਆਪਣੇ ਯਤਨ ਕਰਾਂਗੇ, ਪਰ ਜਿਹੜੇ ਉੱਥੇ ਹੈਗੇ ਆ ਉਹਨਾਂ ਨੂੰ ਜਿੰਨੀ ਹਮਾਇਤ ਉਹ ਕਰ ਸਕਦੇ ਆ, ਜਿੰਨੀ ਉਹਨਾਂ ਦੇ ਮਨ 'ਚ ਸ਼ਰਧਾ ਹੈ, ਜਿੰਨੀ ਉਹਨਾਂ ਦੀ ਸੋਚ ਹੈ, ਉਸ ਪੱਧਰ ਤਾਈਂ ਉਹ ਕਰ ਸਕਣ। ਸਿਰਫ ਤੇ ਸਿਰਫ ਹਿੰਦੂਆਂ ਵਾਸਤੇ, ਜਿਹਦੇ ਵਿੱਚ ਸਿੱਖਾਂ, ਜੈਨੀਆਂ, ਬੋਧੀਆਂ ਨੂੰ ਵਿੱਚ ਪਾ ਲਿਆ, ਉਸ ਪੱਖੋਂ ਇਹ ਹੋਇਆ। ਇਕੁਆਲਿਟੀ ਇਹਨਾਂ ਨੇ ਭੰਗ ਕੀਤੀ ਹੋਈ ਹੈ। ਜੇ ਆਪਾਂ ਗੱਲ ਕਰਦੇ ਹੈਗੇ ਆ ਧਾਰਾ 19 ਤੇ 21 ਦੀ, 19 ਕਹਿੰਦੇ ਹੀ ਆ ਆਜ਼ਾਦੀਆਂ, ਸਾਡੀ ਰਾਈਟਸ ਟੂ ਫਰੀडम ਆਫ ਸਪੀਚ, ਰਿਲੀਜਨ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਨੂੰ ਧੱਕੇ ਨਾਲ ਧਾਰਾ 25 'ਚ ਸਾਨੂੰ ਹਿੰਦੂਆਂ 'ਚ ਪਾਤਾ ਹੈਗਾ, ਜਦਕਿ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਿਹਾ ਸੀ, ਨਾਮ ਹੈ ਹਿੰਦੂ, ਨਾਮ ਹੈ ਮੁਸਲਮਾਨ। ਰਸ਼ੀਆ ਹਮੇਸ਼ਾ ਡਰਦਾ ਰਿਹਾ ਕਿ ਯੂਕਰੇਨ ਦੇ ਰਾਹੀਂ ਫੌਜਾਂ ਆ ਸਕਦੀਆਂ ਹੈਗੀਆਂ, ਕੋਈ ਰੋਕ ਨਹੀਂ ਹੈਗੀ, ਤੇ ਉਹਨੇ ਹਮੇਸ਼ਾ ਯੂਕਰੇਨ ਨੂੰ ਆਪਣਾ ਹਿੱਸਾ ਬਣਾ ਕੇ ਰੱਖਿਆ। ਜਦ USSR ਟੁੱਟਿਆ ਹੈਗਾ, ਯੂਕਰੇਨ ਨੇ ਆਪਣੀ ਆਜ਼ਾਦੀ ਆਪਣੇ ਹੱਥੋਂ ਲਿੱਤੀ, ਔਰ ਉਹ ਆਜ਼ਾਦੀ ਅੱਜ ਦੇ ਦਿਨ ਰਸ਼ੀਆ ਨੇ ਬਰਦਾਸ਼ਤ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਡਰ ਹੈ ਕਿ NATO ਉਹਨਾਂ ਦੇ ਦਰਵਾਜ਼ੇ 'ਤੇ ਆ ਕੇ ਖੜੂਗੀ। ਔਰ ਉਹਨਾਂ ਨੇ ਆਪਣੇ ਇਸ ਸੋਚ ਨੂੰ ਲੈ ਕੇ ਇੱਕ ਪੂਰੇ ਮੁਲਕ ਦੇ ਉੱਤੇ ਹਮਲਾ ਕਰਕੇ, ਜ਼ਬਰ ਕਰਕੇ, ਉਹਦੇ ਉੱਤੇ ਆਰਮੀ ਅਟੈਕ ਕਰਕੇ ਉਹਨਾਂ ਨੇ ਉਹ ਆਜ਼ਾਦੀ ਖੋਹਣ ਦਾ ਯਤਨ ਕੀਤਾ, ਜੋ ਕਿ ਪਹਿਲਾਂ ਵੀ ਉਹਨਾਂ ਨੇ ਕੀਤਾ ਹੋਇਆ ਹੈਗਾ। ਤੇ ਜਿਹੜੇ ਦੀਪ ਸਿੰਘ ਸਿੱਧੂ ਸੀਗੇ, ਉਹਨਾਂ ਨੇ ਵੀ ਇਸੀ ਸੋਚ, ਆਜ਼ਾਦੀ ਦੀ ਸੋਚ, ਉਹਨਾਂ ਨੇ ਭਾਰਤ ਦੇ ਬਰਖਲਾਫ ਖੜ੍ਹ ਕੇ ਇੱਕ ਯੂਥ ਨੂੰ ਬਹੁਤ ਵੱਡੀ ਉਭਾਰ ਉਹਨਾਂ ਨੇ ਤੋਰੀ ਸੀਗੀ। ਤੇ ਜੇ ਅਸੀਂ ਆਪਣੇ ਬੰਦਿਆਂ ਦੇ ਜਾਣ 'ਤੇ ਪ੍ਰਸ਼ਨ ਚਿੰਨ੍ਹ ਨਹੀਂ ਕਰਦੇ, ਇਹ ਤਾਂ ਮਤਲਬ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਸਟੇਟ ਨੇ ਹੋਂਦ ਝਿੱਲੜ 'ਚ, ਹਰਿਆਣੇ 'ਚ ਵੱਢ ਕੇ ਪੂਰਾ ਪਿੰਡ ਦਾ ਪਿੰਡ ਖਤਮ ਕਰਤਾ, ਉਹਦਾ ਕੋਈ ਨਤੀਜਾ ਨਹੀਂ ਨਿਕਲਿਆ। ਜਿੱਥੇ ਕੋਈ ਵੀ ਏਸ਼ੀਅਨ ਗੇਮਸ 'ਚ ਜਾਂਦਾ ਹੋਇਆ ਸਿੱਖ, ਉਹਨੂੰ ਧਮਕੀਆਂ ਤੇ ਮਾਰਕੁੱਟ ਮਿਲਦੀ ਸੀਗੀ। ਜਿਹੜੇ ਸਟੇਟ ਨੇ ਇੰਨਾ ਸਾਡੇ ਉੱਤੇ ਜ਼ਬਰ ਕੀਤਾ ਹੈਗਾ ਕਿ ਉੱਥੇ ਅਸੀਂ ਦੇਖੀਏ ਕਿ BJP ਦੀ ਸਰਕਾਰ ਹੋਵੇ, ਸੈਂਟਰ 'ਚ BJP ਹੋਏ, ਤੇ ਉਹ ਦੀਪ ਸਿੱਧੂ ਦੇ ਉੱਤੇ ਨਜਾਇਜ਼ ਕੇਸ ਪਾਏ, ਉਹਦੀ ਪੜਤਾਲ ਸਾਨੂੰ ਕੌਮੀ ਤੌਰ 'ਤੇ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਚੈਨਲ ਤੇ ਮੈਂ ਅਮਨਦੀਪ ਸਿੰਘ ਗੜੀ। ਤਾਂ ਅੱਜ ਅਸੀਂ ਪੀਪਲ ਕਨਵੈਨਸ਼ਨ ਸੈਂਟਰ ਵਿੱਚ ਪਹੁੰਚੇ ਹੋਏ। ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਲੈ ਕੇ, ਹਿਊਮਨ ਰਾਈਟਸ ਨੂੰ ਲੈ ਕੇ ਅੱਜ ਇੱਕ ਕਨਵੈਨਸ਼ਨ ਇੱਥੇ ਰੱਖੀ ਗਈ ਸੀਗੀ। ਉਸ ਦੇ ਦੌਰਾਨ ਸਾਡੇ ਨਾਲ ਮਾਨ ਸਾਹਿਬ ਦੇ ਬੇਟਾ ਜੁੜੇ ਹੋਏ ਨੇ, ਇਮਾਨ ਸਿੰਘ ਮਾਨ। ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ ਜੀ। ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਭਾਜੀ ਪਹਿਲਾਂ ਮੈਂ ਮਨੁੱਖੀ ਅਧਿਕਾਰਾਂ ਬਾਰੇ ਜਾਣਨਾ ਚਾਹੂੰਗਾ। ਮਨੁੱਖੀ ਅਧਿਕਾਰਾਂ ਦੀ ਅਸਲ ਡੈਫੀਨੇਸ਼ਨ ਕੀ ਆ? ਭਾਰਤ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਕਿ ਹਰੇਕ ਨੂੰ ਮਨੁੱਖੀ ਅਧਿਕਾਰ ਦਿੱਤੇ ਜਾਂਦੇ ਆ, ਪਰ ਪਰਦੇ ਪਿੱਛੇ ਕੁਝ ਹੋਰ ਹੋ ਰਿਹਾ। ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਜੀ? ਮੇਰੇ ਖਿਆਲ ਮਨੁੱਖੀ ਅਧਿਕਾਰਾਂ ਦੀ ਜਿਹੜੀ ਬੋਲ ਚੱਲੀ ਸੀਗੀ, ਉਹ UN ਚਾਰਟਰ ਦੇ ਨਾਲ ਚੱਲੀ ਸੀਗੀ, ਜਿਹਦੇ ਵਿੱਚ ਸਰਟਨ ਰਾਈਟਸ ਆਰ ਥੌਟ ਟੂ ਬੀ ਇਨਏਲੀਏਨੇਬਲ ਆਫ ਹਿਊਮਨਸ। ਤੇ ਇਹ ਸੈਲਫ ਐਵੀਡੈਂਟ ਤੇ ਮਨੁੱਖਾਂ ਦੇ ਵਸਨੀਕ ਵਾਸਤੇ ਉਸ ਸਮੇਂ 'ਤੇ UN ਚਾਰਟਰ ਹੋਰਾਂ ਨੇ ਇਸ ਗੱਲ ਨੂੰ ਵੱਡੇ ਪੱਧਰ 'ਤੇ ਚੱਕਿਆ ਸੀਗਾ। ਤੇ ਜਿਹੜੀਆਂ ਉਰੇ ਉਲੰਘਣਾ ਹੋ ਰਹੀਆਂ ਹੈਗੀਆਂ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘੱਟ ਗਿਣਤੀਆਂ ਦੇ ਉੱਤੇ ਕਾਨੂੰਨ ਇਹੋ ਜਿਹੇ ਲਾਏ ਜਾ ਰਹੇ ਆ, ਜਿਹਦੇ ਵਿੱਚ ਸਾਡੇ ਧਾਰਮਿਕ ਕੁਆਲਿਟੀ, ਹੁਣ ਜੇ ਤੁਸੀਂ ਦੇਖੋ ਰਿਜ਼ਰਵੇਸ਼ਨ ਹੈ,
ਜਿਹੜੇ ਸਿੱਖ ਹਿੰਦੂ ਹੋਰ ਹੈਗੇ ਆ ਉਹਨਾਂ ਦੇ ਵਿੱਚ ਜਿਹੜੀਆਂ ਜਾਤ ਪਾਤ ਜਿਨ੍ਹਾਂ ਨੂੰ ਇਹਨਾਂ ਨੇ ਸ਼ੂਦਰ ਕਰਕੇ ਕਿਹਾ ਸੀ ਉਹਨਾਂ ਦੀ ਰਿਜ਼ਰਵੇਸ਼ਨਸ ਹੈਗੀਆਂ, ਪਰ ਜਿਹੜੇ ਸ਼ੂਦਰ ਆਪਣਾ ਧਰਮ ਤਬਦੀਲ ਕਰਕੇ ਕੋਈ ਕ੍ਰਿਸਚਨ ਬਣ ਗਿਆ, ਕੋਈ ਇਸਲਾਮ ਧਰਮ ਲੈ ਗਿਆ, ਜ਼ਬਰ ਤਾਂ ਉਹਨਾਂ ਦੇ ਉੱਤੇ ਹੋਇਆ ਪਰ ਉਹਨੂੰ ਚੱਕਣ ਵਾਸਤੇ ਇਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੈਗਾ। ਸੋ ਇਹ ਸਿਰਫ ਤੇ ਸਿਰਫ ਹਿੰਦੂਆਂ ਵਾਸਤੇ ਜਿਹਦੇ ਵਿੱਚ ਸਿੱਖਾਂ ਜੈਨੀਆਂ ਬੋਧੀਆਂ ਨੂੰ ਵਿੱਚ ਪਾ ਲਿਆ, ਉਸ ਪੱਖੋਂ ਇਹ ਹੋਇਆ। ਇਕੁਆਲਿਟੀ ਇਹਨਾਂ ਨੇ ਭੰਗ ਕੀਤੀ ਹੋਈ ਹੈ। ਜੇ ਆਪਾਂ ਗੱਲ ਕਰਦੇ ਹੈਗੇ ਆ ਧਾਰਾ 19 ਤੇ 21 ਦੀ, 19 ਕਹਿੰਦੇ ਹੀ ਆ ਆਜ਼ਾਦੀਆਂ, ਸਾਡੀ ਰਾਈਟਸ ਟੂ ਫਰੀडम ਆਫ ਸਪੀਚ, ਰਿਲੀਜਨ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਨੂੰ ਧੱਕੇ ਨਾਲ ਧਾਰਾ 25 'ਚ ਸਾਨੂੰ ਹਿੰਦੂਆਂ 'ਚ ਪਾਤਾ ਹੈਗਾ, ਜਦ ਕਿ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਿਹਾ ਸੀ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ, ਠੀਕ ਹੈ ਨਾ ਜੀ। ਸੋ ਇਹ ਜਿਹੜੀਆਂ ਸਾਡੀਆਂ ਇਹਨਾਂ ਨੇ ਰੀਜ਼ਨੇਬਲ ਰਿਸਟ੍ਰਿਕਸ਼ਨਸ ਕਹਿ ਕੇ ਕਲੌਜ਼ ਲਾਈ ਹੈ, ਉਹਦੇ ਵਿੱਚ ਜੇ ਅਸੀਂ ਖਾਲਿਸਤਾਨ ਕਹਿ ਦਈਏ ਤਾਂ ਸਾਡੇ ਉੱਤੇ ਕੇਸ ਹੋ ਜਾਂਦੇ ਹੈ। ਜੇ ਕੋਈ ਰਾਮ ਰਾਜ ਤੇ ਹਿੰਦੁਸਤਾਨ ਕਹਿ ਦੇ, ਉਹ ਜੋ ਮਰਜ਼ੀ ਕਰੇ, ਉਹਦੇ ਨਾਂ 'ਤੇ ਮਾਰ ਵੀ ਸਕਦੇ ਹੋ, ਕੁੱਟ ਵੀ ਸਕਦੇ ਹੋ। ਜਿਹੜੀਆਂ ਸਾਡੀਆਂ ਫਰੀडम्स ਹੈਗੀਆਂ ਲਾਈਫ ਐਂਡ ਲਿਬਰਟੀ ਦੀਆਂ ਧਾਰਾ 21 ਅਧੀਨ, ਉਹਦੇ ਵਿੱਚ ਉਹ ਡਿਨਾਈ ਕਰ ਸਕਦੇ ਆ ਐਜ਼ ਪ੍ਰੋਸੀਜਰ ਲੇਡ ਡਾਊਨ ਬਾਈ ਲਾਅ, ਜਿਹਦੇ ਵਿੱਚ ਤੁਸੀਂ ਦੇਖੋਗੇ ਆ ਕਾਨੂੰਨ ਟਾਡਾ ਡਿਸਟਰਬਡ ਏਰੀਆ ਐਕਟ, ਐਫਸਪਾ, AFSPA, ਸਪੈਸ਼ਲ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਆਰਮਡ ਫੋਰਸਿਸ ਦਾ, ਇਹ ਸਾਰੇ ਤੁਸੀਂ ਸਾਡੇ ਰਾਈਟ ਟੂ ਲਾਈਫ ਦੇ ਉੱਤੇ ਹਮਲਾ ਕਰਦੇ ਆ। ਪਰ ਇਹ ਤੁਸੀਂ ਮੈਨੂੰ ਦੱਸੋ ਕਦੀ ਮੱਧ ਪ੍ਰਦੇਸ਼ 'ਚ ਲਾਇਆ, ਇਹ ਕਦੀ ਤੁਸੀਂ ਗੁਜਰਾਤ 'ਚ ਲਾਇਆ, ਪੰਜਾਬ 'ਤੇ ਤੁਸੀਂ ਲਾ ਦਿੰਦੇ ਹੋ, ਕਸ਼ਮੀਰ 'ਤੇ ਲਾ ਦਿੰਦੇ ਹੋ, ਨਾਗਾਲੈਂਡ 'ਤੇ ਲਾ ਦਿੰਦੇ ਹੋ, ਉੱਥੇ ਇੰਨਾ ਵੱਡਾ ਕਾਂਡ ਵੀ ਹੋਇਆ ਹੈਗਾ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਤੇ ਲਿਬਰਟੀਜ਼ ਨੂੰ ਰੋਕ ਪਾਉਂਦੇ ਆ, ਉਹ ਸਿਰਫ ਤੇ ਸਿਰਫ ਘੱਟ ਗਿਣਤੀਆਂ ਦੇ ਉੱਤੇ ਇਹ ਲਾਗੂ ਕਰਦੇ ਹੈਗੇ ਆ। ਸੋ ਇਸ ਮੁੱਦਿਆਂ ਦੇ ਉੱਤੇ ਅਸੀਂ ਅੱਜ ਉਰੇ ਇਕੱਠੇ ਹੋਏ ਸੀਗੇ। ਜੀ, ਕੀ ਕਾਰਨ ਲੱਗਦਾ ਕਿ ਜਿਹੜੀ ਤੁਸੀਂ ਭਾਰਤ ਸਰਕਾਰ ਬਾਰੇ ਗੱਲ ਕਰ ਰਹੇ ਹੋ ਜਾਂ ਫਿਰ ਉਸ ਹਕੂਮਤ ਦੀ ਗੱਲ ਕਰ ਰਹੇ ਹੋ ਜਿਹੜਾ ਘੱਟ ਗਿਣਤੀਆਂ ਨਿਸ਼ਾਨਾ ਬਣਾ ਰਿਹਾ, ਕਿਉਂ ਇਸ ਤਰ੍ਹਾਂ ਹੋ ਰਿਹਾ, ਕੀ ਲੱਗਦਾ ਹੈ ਜੀ? ਜਿਹੜਾ ਮੇਰਾ ਅੱਜ ਟਾਕ ਸੀ, ਮੈਂ ਫੋਕਸ ਕੀਤਾ ਸੀਗਾ ਕਿ ਜਿਹੜੀ ਮੈਜੋਰਿਟੇਰੀਅਨਿਜ਼ਮ ਹੈ ਇਹਦੇ ਉੱਤੇ ਡਾਕਟਰ ਭੀਮ ਰਾਓ ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਨੂੰ ਖੰਡਨ ਵੀ ਰੱਦ ਵੀ ਕਰਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ, ਔਰ ਉਹ 1953 ਦੇ ਵਿੱਚ ਰਾਜ ਸਭਾ 'ਚ ਬਿਆਨ ਕੀਤਾ ਸੀ ਕਿ ਹੀ ਡਜ਼ਨਟ ਅਗਰੀ ਵਿਦ ਦ ਕਨਸਟੀਟਿਊਸ਼ਨ, ਇਟ ਸ਼ੁੱਡ ਬੀ ਬਰਨਡ, ਕਿ ਉਹਨੂੰ ਸਾੜ ਦਿਓ, ਇਹ ਬਿਲਕੁਲ ਗਲਤ ਬਣੀ ਹੈ, ਇਸ 'ਚ ਮੈਜੋਰਿਟੀ ਰੂਲ ਹੈ। ਔਰ ਮੈਜੋਰਿਟੀ ਰੂਲ ਧੱਕਾ ਕਰਦਾ ਜਿਹੜੀ ਟਿਰਨੀ ਆਫ ਦ ਮੈਜੋਰਿਟੀ ਹੈ, ਜਿਹੜਾ ਮੌਂਟੇਸਕਿਊ ਤੇ ਜੇਮਸ ਮੈਡੀਸਨ, ਇਹਨਾਂ ਸਾਰਿਆਂ ਨੇ ਇਹਨੂੰ ਪਛਾਣਿਆ ਸੀਗਾ ਕਿ ਜਦ ਪਾਵਰ ਇੱਕ ਬੰਦੇ ਜਾਂ ਇੱਕ ਕੌਮ ਮੈਜੋਰਿਟੀ ਦੇ ਹੱਥ 'ਚ ਆਉਂਦੀ ਹੈ, ਹੋਰਾਂ ਨੂੰ ਤੰਗ ਕਰਦੀ ਹੈ। ਇਹ ਉਸ ਦਾ ਰੂਪ ਅੱਜ ਭਾਰਤ ਤੁਹਾਨੂੰ ਦਿਖਦਾ ਹੈਗਾ, ਜਿਹਦੇ ਵਿੱਚ ਸੈਪਰੇਸ਼ਨ ਆਫ ਪਾਵਰਸ ਨਹੀਂ ਹੈਗੀ, ਜਿਹਦੇ ਵਿੱਚ ਮੈਜੋਰਿਟੇਰੀਅਨਿਜ਼ਮ ਆਇਆ ਹੋਇਆ ਹੈਗਾ। ਉਹ ਸਾਡੇ ਹੱਕਾਂ ਦੇ ਉੱਤੇ ਪਾਬੰਦੀਆਂ ਲਾ ਰਿਹਾ। ਉਹ ਕਹਿੰਦਾ ਹੈ ਕਿ ਤੁਸੀਂ ਸਾਡੇ ਵਰਗੇ ਬਣ ਕੇ ਸਾਡੇ ਨਾਲ ਚਲੋ ਤੇ ਅਸੀਂ ਤੁਹਾਨੂੰ ਮੰਨਦੇ ਹਾਂ, ਜੇ ਤੁਸੀਂ ਆਪ ਦੀ ਪਛਾਣ ਰੱਖਦੇ ਹੋ ਫਿਰ ਅਸੀਂ ਤੁਹਾਡੇ ਉੱਤੇ ਇਹੋ ਜਿਹੇ ਕਾਨੂੰਨ ਤੇ ਜ਼ਬਰ ਕਰਾਂਗੇ। ਜੀ, ਜੇ ਗੱਲ ਕਰ ਲਈ ਆਪਾਂ, ਜਦੋਂ ਮਾਨ ਸਾਹਿਬ ਖਾਲਿਸਤਾਨ ਦਾ ਨਾਅਰਾ ਲਗਾਉਂਦੇ ਨੇ, ਠੀਕ ਆ, ਉਦੋਂ ਕੁਝ ਨਹੀਂ ਹੁੰਦਾ, ਪਰ ਪਿਛਲੇ ਦਿਨੀ ਕਿਸਾਨੀ ਅੰਦੋਲਨ ਦਾ ਚਿਹਰਾ ਜਗਮੀਤ ਸਿੰਘ ਇੱਕ ਲੜਕਾ ਰਿਹਾ, ਉਹਦੀ ਮਾਂ ਤੇ ਉਹਨੂੰ ਜਗਮੀਤ ਨੂੰ ਉਹ ਕਹਿੰਦੇ ਖਾਲਿਸਤਾਨ ਦਾ ਪ੍ਰਚਾਰ ਕਰਦੇ, ਉਸ ਨਾਂ ਉੱਤੇ ਚੱਕ ਲਿਆ ਜਾਂਦਾ। ਹਜੇ ਤੱਕ ਨਜ਼ਰਬੰਦ ਆ UAP ਉਹਨਾਂ ਪਰ ਲਾਈ ਹੋਈ ਹੈ, ਪਰ ਮਾਨ ਸਾਹਿਬ ਖਾਲਿਸਤਾਨ ਦਾ ਨਾਅਰਾ ਲਾਉਂਦੇ, ਉਹਨਾਂ ਪਰ ਕੋਈ ਐਕਸ਼ਨ ਨਹੀਂ ਆਉਂਦਾ, ਕੀ ਕਾਰਨ ਹੈ ਜੀ? ਸਰ, ਸਿਮਰਨਜੀਤ ਸਿੰਘ ਮਾਨ ਦੇ ਉੱਤੇ ਬਹੁਤ ਵਾਰੀ ਐਕਸ਼ਨ ਹੋਇਆ। ਉਹਨਾਂ ਨੇ ਘੱਟੋ ਘੱਟ 3 ਸਾਲ ਜੇਲ੍ਹ 'ਚ ਆਪਣੀ ਖਾਲਿਸਤਾਨ ਦੀ ਮੰਗ ਕਰਨ ਤੇ ਉਹਨਾਂ ਨੇ ਕੱਟੇ ਹੈਗੇ ਆ। ਉਹ ਇਹ ਝੱਲ ਗਏ ਹੈਗੇ ਆ। ਜਿਹੜਾ ਕੇਸ ਲੋ ਹੈ ਉਹਨਾਂ ਨੂੰ ਪਤਾ ਹੈ, ਆਪਣੇ ਹੱਕਾਂ ਤੇ ਪਹਿਰਾ ਦਿੱਤਾ ਹੋਇਆ, ਉਹ ਹੰਡੇ ਹੋਏ ਆ। ਨੌਜਵਾਨਾਂ ਨੂੰ ਜਿਹੜੇ ਇਸ ਲਈ ਤੇ ਤੁਰਨਾ ਚਾਹੁੰਦੇ ਆ, ਜਿਵੇਂ ਦੀਪ ਸਿੱਧੂ, ਉਹਨਾਂ ਨੂੰ ਮਾਰਿਆ ਜਾ ਰਿਹਾ ਹੈਗਾ। ਜਿਵੇਂ ਆ ਨੌਜਵਾਨ ਤੁਸੀਂ ਕਹਿ ਰਹੇ ਹੋ ਕਿ ਉਹਨੇ ਖਾਲਿਸਤਾਨ ਦਾ ਬਿਆਨ ਕੀਤਾ ਤੇ ਉਹਦੇ ਉੱਤੇ ਕਾਰਵਾਈ ਕਰਤੀ। ਇਹ ਡਰਾਬਾ ਬੜੇ ਲੰਬੇ ਸਮੇਂ ਦੇ ਉੱਤੋਂ ਸਾਡੇ ਉੱਤੇ ਹੁੰਦਾ ਰਿਹਾ। ਇਹ ਨਹੀਂ ਹੈਗਾ ਕਿ ਸਾਡੇ ਉੱਤੇ ਕੇਸ ਨਹੀਂ ਆਏ, ਪਰ ਇਹ ਹੈ ਕਿ ਅਸੀਂ ਕੇਸਾਂ ਨੂੰ ਨਿਬੜ ਕੇ ਅੱਗੇ ਤੁਰ ਪਏ ਹਾਂ। ਅਸੀਂ ਆਪਣੇ ਹੱਕਾਂ ਨੂੰ ਜਾਣਦੇ ਹਾਂ, ਅਸੀਂ ਅੱਗ 'ਚੋਂ ਲੰਘ ਚੁੱਕੇ ਹਾਂ ਤੇ ਸਾਡੇ ਨਾਲ ਇੰਨੀ ਛੇਤੀ ਇਹ ਪੰਗੇ ਨਹੀਂ ਲੈਂਦੇ ਜਿੰਨੀ ਦੇਰ ਸਾਨੂੰ ਆਪਣੇ ਹੱਕਾਂ ਦਾ ਪਤਾ ਹੈਗਾ। ਸੋ ਇਸ ਕਰਕੇ ਮੇਰਾ ਖਿਆਲ ਹੈ ਇਹ ਹੋ ਰਿਹਾ, ਪਰ ਉਹਨੂੰ ਘਬਰਾਉਣਾ ਨਹੀਂ ਚਾਹੀਦਾ। ਉਹਨੂੰ ਯਾਦ ਰੱਖਣਾ ਚਾਹੀਦਾ ਕਿ ਬਹੁਤ ਸਾਰਾ ਕੇਸ ਲਾਅ ਹੈਗਾ, ਇਸ ਪੱਖ ਤੇ ਅਸੀਂ ਜਿੱਤੇ ਹੋਏ ਹਾਂ। ਪ੍ਰਧਾਨ ਸਾਹਿਬ ਨੇ ਸੁਪਰੀਮ ਕੋਰਟ ਤਾਈਂ ਜਾ ਕੇ ਇਹ ਹੱਕ ਜਿੱਤੇ ਹੋਏ ਆ ਤੇ ਉਹ ਇਹ ਕੇਸ ਲਾਅ ਨੂੰ ਵਰਤ ਕੇ ਅੱਗੇ ਆ ਕੇ ਆਪਣੀ ਹੱਕ ਆਜ਼ਾਦੀ ਲੈ ਸਕਦਾ ਜੀ। ਯੂਕਰੇਨ ਤੇ ਰੂਸ ਦੀ ਜੰਗ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ? ਕਿਉਂਕਿ ਜੇ ਗੱਲ ਕਰ ਲਈਏ, ਯੂਕਰੇਨ ਪਹਿਲਾਂ ਰੂਸ ਦਾ ਹੀ ਹਿੱਸਾ ਸੀ, ਹੁਣ ਇਸ ਟਾਈਮ ਆਪਸੀ ਉਹਨਾਂ ਦੀ ਜਿਹੜੀ ਆ ਲੜਾਈ ਲੱਗੀ ਹੋਈ ਆ, ਜੰਗ ਲੱਗੀ ਹੋਈ ਆ, ਪੂਰੇ ਵਰਲਡ ਦੀਆਂ ਨਿਗਾਹਾਂ ਉਹਨਾਂ ਪਰ ਟਿਕੀਆਂ, ਕਿਉਂਕਿ ਅੱਗੇ ਜੇ ਤੀਸਰੀ ਸੰਸਾਰ ਜੰਗ ਲੱਗਦੀ ਤਾਂ ਬਹੁਤ ਨੁਕਸਾਨ ਹੋ ਸਕਦਾ, ਕਿਉਂਕਿ ਜਿਹਨਾਂ ਦੀ ਆਪਸ 'ਚ ਲੜਾਈ ਆ ਉਹ ਤਾਂ ਲੜਦੇ ਨਹੀਂ, ਇਨਸਾਨੀਅਤ ਦਾ ਘਾਣ ਲਗਾਤਾਰ ਹੋ ਰਿਹਾ।
ਯੂਕਰੇਨ ਰਸ਼ੀਆ ਦਾ ਇਤਿਹਾਸਿਕ ਤੌਰ ਤੇ ਹਿੱਸਾ ਜ਼ਬਰ ਅਧੀਨ ਰਿਹਾ ਹੈ। ਰਸ਼ੀਆ ਹਮੇਸ਼ਾ ਡਰਦਾ ਰਿਹਾ ਹੈ ਕਿ ਯੂਕਰੇਨ ਦੇ ਰਾਹੀਂ ਫੌਜਾਂ ਆ ਸਕਦੀਆਂ ਹੈਗੀਆਂ, ਕੋਈ ਰੋਕ ਨਹੀਂ ਹੈਗੀ, ਤੇ ਉਹਨੇ ਹਮੇਸ਼ਾ ਯੂਕਰੇਨ ਨੂੰ ਆਪਣਾ ਹਿੱਸਾ ਬਣਾ ਕੇ ਰੱਖਿਆ ਹੈ। ਜਦ USSR ਟੁੱਟਿਆ ਹੈਗਾ, ਯੂਕਰੇਨ ਨੇ ਆਪਣੀ ਆਜ਼ਾਦੀ ਆਪਣੇ ਹੱਥੋਂ ਲਿੱਤੀ ਔਰ ਉਹ ਆਜ਼ਾਦੀ ਅੱਜ ਦੇ ਦਿਨ ਰਸ਼ੀਆ ਨੇ ਬਰਦਾਸ਼ਤ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਨੇਟੋ ਉਹਨਾਂ ਦੇ ਦਰਵਾਜ਼ੇ ਤੇ ਆ ਕੇ ਖੜੂਗੀ। ਔਰ ਉਹਨਾਂ ਨੇ ਆਪਣੇ ਇਸ ਸੋਚ ਨੂੰ ਲੈ ਕੇ ਇੱਕ ਪੂਰੇ ਮੁਲਕ ਦੇ ਉੱਤੇ ਹਮਲਾ ਕਰਕੇ, ਜ਼ਬਰ ਕਰਕੇ, ਉਹਦੇ ਉੱਤੇ ਆਰਮੀ ਅਟੈਕ ਕਰਕੇ ਉਹਨਾਂ ਨੇ ਉਹ ਆਜ਼ਾਦੀ ਖੋਹਣ ਦਾ ਯਤਨ ਕੀਤਾ, ਜੋ ਕਿ ਪਹਿਲਾਂ ਵੀ ਉਹਨਾਂ ਨੇ ਕੀਤਾ ਹੋਇਆ ਹੈਗਾ। ਇਹ ਸੋਚ ਜਿਹੜੀ ਰੂਸ ਦੀ ਹੈਗੀ ਹੈ ਬਹੁਤ ਘਾਤਕ ਹੈ। ਇਹਦੇ ਬਰਖਲਾਫ ਅਸੀਂ ਖੜ੍ਹੇ ਹਾਂ ਔਰ ਇਹ ਅਸੀਂ ਉਰੇ ਪੰਜਾਬ 'ਚ ਵੀ ਦੇਖੀ ਹੈ। ਜਦ 1984 ਦੇ ਵਿੱਚ ਜਿਹੜਾ ਦਿਮਿਤਰੀ ਉਸਤਨੋਵ ਇਹਨਾਂ ਦਾ ਡਿਫੈਂਸ ਮਿਨਿਸਟਰ ਸੀ ਰਸ਼ੀਆ ਦਾ, ਉਹਨੇ ਆ ਕੇ ਆਪਣਾ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ਫੌਜਾਂ ਨੂੰ ਪੰਜਾਬ 'ਚ ਭੇਜ ਕੇ ਜਿਹੜੇ ਵੀ ਬੰਦੇ ਖਤਮ ਕਰਨੇ ਹੈ, ਫੌਜ ਦੇ ਜਿਹੜਾ ਜੰਗ ਪਾਕਿਸਤਾਨ ਨਾਲ ਤੁਸੀਂ ਛੇੜਦੇ ਹੋ ਉਹਦੇ ਵਿੱਚ ਤੁਸੀਂ ਅੰਦਰ ਵੜ ਕੇ ਇਹ ਕੌਮ ਨੂੰ ਖਤਮ ਕਰ ਲਓ, ਤੇ ਇਹਦੇ ਨਾਲ ਫਿਰ ਤੁਹਾਨੂੰ ਇੱਕ ਬਹਾਨਾ ਮਿਲ ਜੂਗਾ, ਇੱਕ ਕਵਰ ਮਿਲ ਜੂਗਾ, ਇੱਕ ਚਾਦਰ ਚੜ੍ਹ ਜੂਗੀ ਜਿਹਦੇ ਨਾਲ ਤੁਸੀਂ ਇਹ ਸਾਰੇ ਕੰਮ ਕਰ ਸਕਦੇ ਹੋ। ਇਹੀ ਕੰਮ ਹੁਣ ਰਸ਼ੀਆ ਨੇ ਯੂਕਰੇਨ 'ਚ ਕਰਨਾ ਹੈ। ਜੰਗ ਕਰਕੇ ਜਿਹੜੇ ਬੰਦੇ ਉਹਨਾਂ ਦੇ ਬਰਖਲਾਫ ਖੜ੍ਹਦੇ ਆ ਉਹਨਾਂ ਨੂੰ ਲਿਸਟਾਂ ਬਣਾ ਕੇ ਐਲੀਮੀਨੇਟ ਕਰਨ ਦਾ ਇਹਨਾਂ ਨੇ ਸਾਜ਼ਿਸ਼ ਰੱਖਣੀ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਸਾਡੇ ਬਹਾਦਰ ਵੀਰ, ਆਜ਼ਾਦੀ ਪਸੰਦ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਤੇ ਉਹਨਾਂ ਦੀ ਲੀਹਾਂ ਤੇ ਸਿੱਖੀ ਨੂੰ ਸਮਝਦੇ ਆ, ਉਹ ਖੜ ਕੇ ਆਪਣੇ ਯੂਕਰੇਨੀ ਭਾਈਆਂ ਨਾਲ ਖੜ ਕੇ ਉਹਨਾਂ ਦੀ ਮਦਦ ਕਰਨ ਜਿਸ ਤਾਕਤ ਉਹ ਕਰ ਸਕਦੇ ਆ। ਜੀ, ਜਿਹੜੇ ਇੱਥੋਂ ਵਿਦਿਆਰਥੀ ਪੜ੍ਹਨਗੇ ਜਾਂ ਯੂਕਰੇਨ ਦੇ ਵਿੱਚ ਕੋਈ ਆਪਣਾ ਕੰਮਕਾਰ ਦੇ ਲਈ ਵੀ ਗਏ ਹੋਏ ਆ, ਤੁਸੀਂ ਆਪ ਜੀ ਵੱਲੋਂ ਇੱਕ ਸੋਸ਼ਲ ਮੀਡੀਆ ਉੱਤੇ ਬਿਆਨ ਵੀ ਆਇਆ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਉਹਨਾਂ ਨੂੰ ਖੜਨਾ ਚਾਹੀਦਾ, ਉੱਥੇ ਲੜਨਾ ਚਾਹੀਦਾ ਆ। ਭਾਰਤ ਵਾਸੀ ਨੇ ਜਾਂ ਪੰਜਾਬ ਵਾਸੀ ਆਪਾਂ ਕਹਿ ਦਈਏ, ਕੀ ਲੱਗਦਾ ਲੜਨਾ ਚਾਹੀਦਾ ਉਹਨਾਂ ਨੂੰ? ਇਹ ਸਵਾਲ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਪੁੱਛ ਸਕਦੇ ਸੀਗੇ, ਜਿਨ੍ਹਾਂ ਨੇ ਸਿੱਖੀ ਕੌਮ ਦੀ ਗੁਰਗੱਦੀ ਸੰਭਾਲੀ ਸੀਗੀ। ਉਹਨਾਂ ਨੂੰ ਹਿੰਦੂਆਂ ਵਾਸਤੇ ਦਿੱਲੀ ਹਕੂਮਤ ਦੇ ਬਰਖਲਾਫ ਖੜਨਾ ਚਾਹੀਦਾ ਸੀ ਕਿ ਨਹੀਂ? ਉਹਨਾਂ ਦਾ ਜਵਾਬ ਤੁਸੀਂ ਜਾਣਦੇ ਹੋ। ਸੋ ਕੌਮੀ ਤੌਰ ਤੇ ਤਾਂ ਮੈਂ ਸਮਝਦਾ ਇਹ ਬਿਲਕੁਲ ਠੀਕ ਸਟੈਂਡ ਹੈ। ਜੀ, ਗੱਲ ਕਰ ਲਈਏ ਜਿਸ ਤਰ੍ਹਾਂ ਤੁਸੀਂ ਰੂਸ ਤੇ ਯੂਕਰੇਨ ਬਾਰੇ ਦੱਸਿਆ ਕਿ ਪੰਜਾਬ ਤੇ ਭਾਰਤ ਦੇ ਨਾਲ ਵੀ ਇਸ ਤਰ੍ਹਾਂ ਦਾ ਕੋਈ ਤਾਲਮੇਲ ਬਣਦਾ ਹੈਗਾ, ਜੇ ਆਪਾਂ ਭੂ ਤਰੀਕੇ ਨਾਲ ਦੇਖੀਏ ਜੀ। ਹਾਂ, ਭਾਰਤ ਨੇ ਤਾਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਢਹਿ ਢੇਰੀ ਕਰਕੇ ਹਮਲੇ ਕੀਤੇ ਹੋਏ ਹੈ, ਸਾਡੇ ਨੌਜਵਾਨ ਮਾਰੇ ਹੋਏ ਹੈ। ਅੱਜ ਤੁਸੀਂ ਜਿਹੜੀ ਉੱਥੇ ਦੁਰਗਿਆਨਾ ਮੰਦਿਰ ਦੀ ਸ਼ਮਸ਼ਾਨ ਘਾਟ ਹੈ, ਜਿੱਥੇ ਆਪਣੇ ਖਾਲੜਾ ਸਾਹਿਬ ਨੇ ਰਿਸਰਚ ਕੀਤੀ ਸੀ, ਉੱਥੇ 2000 ਤੋਂ ਉੱਤੇ ਲਾਸ਼ਾਂ ਇਹੋ ਜਿਹੀਆਂ ਪਛਾਤੀ ਉੱਥੇ ਫੂਕੀਆਂ ਹੋਈਆਂ, ਜਿਹਦੇ ਉੱਤੇ CBI ਨੂੰ ਵੀ ਬਿਆਨ ਕਰਨਾ ਪਿਆ ਸੀ ਕਿ ਇਹ ਜ਼ਬਰ ਹੋਇਆ ਹੈਗਾ। ਸੋ ਇਹ ਤਾਂ ਇਤਿਹਾਸ ਹੈ, ਇਸ 'ਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ। ਬਿਲਕੁਲ ਭਾਰਤ ਨੇ ਸਿੱਖਾਂ ਨਾਲ ਇਹ ਕੀਤਾ। 1984 'ਚ ਦਿੱਲੀ 'ਚ ਕਤਲੇਆਮ ਹੋਇਆ, ਹੋਂਦ ਚਿੱਲੜ ਹੋਈ ਹੈ, ਚਿਟੀ ਸਿੰਘਪੁਰਾ ਹੋਇਆ ਹੈਗਾ, UP ਦੇ ਸਾਰੇ ਸਟੇਟਾਂ ਦੇ ਵਿੱਚ ਇਹ ਕੰਮ ਹੋ ਚੁੱਕਿਆ ਹੈਗਾ। ਸੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਜੀ। ਤੁਸੀਂ ਵੀ ਯੂਕਰੇਨ ਜਾਣ ਦੀ ਮਾਨ ਸਾਹਿਬ ਦੇ ਨਾਲ ਤਿਆਰੀ ਕਰ ਰਹੇ ਹੋ ਜਾਂ ਕਿਵੇਂ ਜੀ? ਜਿੱਦਾਂ ਵੀ ਪ੍ਰੋਗਰਾਮ ਬਣਦੇ ਆ ਅਸੀਂ ਆਪਣੇ ਯਤਨ ਕਰਾਂਗੇ, ਪਰ ਜਿਹੜੇ ਉੱਥੇ ਹੈਗੇ ਆ ਉਹਨਾਂ ਨੂੰ ਜਿੰਨੀ ਹਮਾਇਤ ਉਹ ਕਰ ਸਕਦੇ ਆ, ਜਿੰਨੀ ਉਹਨਾਂ ਦੇ ਮਨ 'ਚ ਸ਼ਰਧਾ ਹੈ, ਜਿੰਨੀ ਉਹਨਾਂ ਦੀ ਸੋਚ ਹੈ, ਉਸ ਪੱਧਰ ਤਾਈਂ ਉਹ ਕਰ ਸਕਣ। ਜੀ, ਦੀਪ ਸਿੱਧੂ ਬਾਰੇ ਮੈਂ ਗੱਲ ਕਰਨਾ ਚਾਹੁੰਦਾ। ਦੀਪ ਸਿੱਧੂ ਉਹਨਾਂ ਦਾ ਰੋਡ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ, ਤਾਂ ਕਾਫੀ ਉਹਦਾ ਮੀਡੀਆ ਦੇ ਵਿੱਚ ਵੀ ਹਾਈਲਾਈਟ ਨੇ, ਤਾਂ ਲੱਗਦਾ ਕਿ ਕੋਈ ਸਾਜ਼ਿਸ਼ ਸੀਗੀ ਜਾਂ ਫਿਰ ਉਹਦਾ ਕੋਈ, ਜੇ ਹੁਣ ਉਹ ਜੇ ਕੋਈ ਸੱਚੀ ਸਾਜ਼ਿਸ਼ ਸੀਗੀ ਤਾਂ ਉਹਦਾ ਪਰਦਾਫਾਸ਼ ਹੋਊਗਾ, ਉਹ ਸਾਹਮਣੇ ਆਊਗਾ ਜੀ ਕਿਸ ਨੇ ਕਤਲ ਕਰਵਾਇਆ ਜਾਂ ਕਿਉਂ ਕਰਵਾਇਆ ਸੀ। ਸਾਡੇ ਯਤਨ ਹੋਣੇ ਚਾਹੀਦੇ ਆ ਇਹਨੂੰ ਪੂਰੀ ਕੈੜੀ ਨਿਗਾਹ ਨਾਲ ਦੇਖਣ ਵਾਸਤੇ। ਚਿਟੀ ਸਿੰਘਪੁਰਾ 'ਚ ਸਟੇਟ ਨੇ ਬਿਆਨ ਕੀਤਾ ਸੀਗਾ ਕਿ ਇੱਥੇ ਉਗਰਵਾਦੀਆਂ ਨੇ ਆ ਕੇ ਸਿੱਖਾਂ ਨੂੰ ਕਸ਼ਮੀਰ ਦੇ ਵਿੱਚ ਮੁਜਾਹਿਦੀਨ ਨੇ ਆ ਕੇ ਮਾਰਿਆ। ਜਦ ਉੱਥੇ ਮੈਡਲਿਨ ਆਲਬਰਾਈਟ ਦੀ ਕਿਤਾਬ ਨਿਕਲੀ ਜੋ ਸੈਕਟਰੀ ਆਫ ਸਟੇਟ ਅਮਰੀਕਾ ਦੀ ਸੀ, ਉਹਦੇ ਵਿੱਚ ਬਿਲ ਕਲਿੰਟਨ ਨੇ ਬਿਆਨ ਕੀਤਾ ਸੀਗਾ ਕਿ ਸਾਨੂੰ ਪਤਾ ਹੈ ਕਿ ਹਿੰਦੂ ਉਗਰਵਾਦੀਆਂ ਨੇ ਇਹ ਕੰਮ ਕੀਤਾ ਹੈਗਾ। ਔਰ ਉਹ ਪਰਦਾ ਉਦੋਂ ਖੁੱਲ੍ਹਿਆ ਸੀਗਾ ਕਿ ਇਹ ਸਟੇਟ ਸਪੋਂਸਰਡ ਕਿਲਿੰਗ ਸੀਗੀ ਸਿੱਖਾਂ ਦੀ। ਅਤੇ ਜਿਹੜੇ ਦੀਪ ਸਿੰਘ ਸਿੱਧੂ ਸੀਗੇ ਉਹਨਾਂ ਨੇ ਵੀ ਇਸੀ ਸੋਚ, ਆਜ਼ਾਦੀ ਦੀ ਸੋਚ, ਉਹਨਾਂ ਨੇ ਭਾਰਤ ਦੇ ਬਰਖਲਾਫ ਖੜ੍ਹ ਕੇ ਇੱਕ ਯੂਥ ਨੂੰ ਬਹੁਤ ਵੱਡੀ ਉਭਾਰ ਉਹਨਾਂ ਨੇ ਤੋਰੀ ਸੀਗੀ। ਅਤੇ ਜੇ ਅਸੀਂ ਆਪਣੇ ਬੰਦਿਆਂ ਦੇ
ਜਾਣ ਤੇ ਪ੍ਰਸ਼ਨ ਚਿੰਨ੍ਹ ਨਹੀਂ ਕਰਦੇ। ਇਹ ਤਾਂ ਮਤਲਬ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਸਟੇਟ ਨੇ ਹੋਂਦ ਚਿੱਲੜ 'ਚ ਹਰਿਆਣੇ 'ਚ ਵੱਢ ਕੇ ਪੂਰਾ ਪਿੰਡ ਦਾ ਪਿੰਡ ਖਤਮ ਕਰਤਾ, ਉਹਦਾ ਕੋਈ ਨਤੀਜਾ ਨਹੀਂ ਨਿਕਲਿਆ। ਜਿੱਥੇ ਕੋਈ ਵੀ ਏਸ਼ੀਅਨ ਗੇਮਸ 'ਚ ਜਾਂਦਾ ਹੋਇਆ ਸਿੱਖ ਉਹਨੂੰ ਧਮਕੀਆਂ ਤੇ ਮਾਰਕੁੱਟ ਮਿਲਦੀ ਸੀਗੀ। ਜਿਹੜੇ ਸਟੇਟ ਨੇ ਇੰਨਾ ਸਾਡੇ ਉੱਤੇ ਜ਼ਬਰ ਕੀਤਾ ਹੈਗਾ ਕਿ ਉੱਥੇ ਅਸੀਂ ਦੇਖੀਏ ਕਿ ਬੀਜੇਪੀ ਦੀ ਸਰਕਾਰ ਹੋਵੇ, ਸੈਂਟਰ 'ਚ ਬੀਜੇਪੀ ਹੋਏ ਤੇ ਉਹ ਦੀਪ ਸਿੱਧੂ ਦੇ ਉੱਤੇ ਨਜਾਇਜ਼ ਕੇਸ ਪਾਏ, ਉਹਦੀ ਪੜਤਾਲ ਸਾਨੂੰ ਕੌਮੀ ਤੌਰ ਤੇ ਕਰਨੀ ਚਾਹੀਦੀ ਹੈ। ਜੀ, ਗੱਲ ਕਰ ਲਈ ਆਪਾਂ ਖਾਲਿਸਤਾਨ ਦੀ। ਗੱਲ ਚੱਲਦੀ ਹੈ ਜੀ, ਹੁਣ ਵੋਟਾਂ ਦਾ ਸਮਾਂ ਆ, ਚੋਣਾਂ ਲੰਘ ਗਈਆਂ ਜੀ ਹੈ ਨਾ, ਵੋਟਾਂ ਹੋ ਗਈਆਂ ਤਾਂ 10 ਤਰੀਕ ਨੂੰ ਰਿਜ਼ਲਟ ਵੀ ਆਉਣ ਵਾਲਾ ਆ ਹੈ ਨਾ। ਅਤੇ ਉਹਦੇ ਬਾਅਦ ਵਿੱਚ ਅਗਰ ਮਾਨ ਸਾਹਿਬ ਜਿੱਤਦੇ ਆ, ਸਿੱਖ ਧਰਮ ਤੋਂ ਇਲਾਵਾ ਜਿਹੜੇ ਹੋਰ ਧਰਮ ਆ ਉਹਨਾਂ ਲਈ ਖਾਸ ਮੁੱਦੇ ਕੀ ਹੋਊਗੇ? ਖਾਲਿਸਤਾਨ ਤਾਂ ਅਸੀਂ ਬੜੇ ਲੰਬੇ ਸਮੇਂ ਤੋਂ ਇਹਦੇ ਬਾਰੇ ਮੰਗ ਕਰ ਰਹੇ ਹਾਂ। ਪ੍ਰਧਾਨ ਸਾਹਿਬ ਨੇ ਅੱਜ ਦੀ ਕਾਨਫਰੰਸ 'ਚ ਰੋਟੀ ਕੱਪੜਾ ਮਕਾਨ ਜਿਹੜੇ ਸਾਡੇ ਗਰੀਬਾਂ ਦੇ ਹੱਕ ਹੈ ਉਹਨਾਂ ਦੇ ਉੱਤੇ ਪਹਿਰਾ ਦੇਣ ਦਾ ਵਾਅਦਾ ਕੀਤਾ ਹੈ ਅਸੈਂਬਲੀ ਦੇ ਵਿੱਚ, ਜੇ ਉਹਨਾਂ ਨੂੰ ਮੌਕਾ ਮਿਲਦਾ ਹੈਗਾ। ਅਤੇ ਜਿਹੜੀ ਸਾਡੀ ਆਰਥਿਕਤਾ ਵਿਗੜਦੀ ਹੈ, ਜਿਹੜੇ ਸਾਡੀ ਆਵਾਜਾਈ ਪਾਕਿਸਤਾਨ ਨਾਲ ਰੁਕੀ ਹੋਈ ਆ, ਉੱਥੇ ਸਾਡਾ ਟਰੇਡ ਰੁਕਿਆ ਹੋਇਆ ਹੈ, ਜਿਹੜਾ ਸਾਡਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈਗਾ ਜਿਹਦੇ ਉੱਤੇ ਰਾਈਪੇਰੀਅਨ ਹੱਕ ਇਹਨਾਂ ਨੇ ਤੋੜ ਕੇ ਪਾਣੀ ਸਾਡਾ ਰਾਜਸਥਾਨ, ਦਿੱਲੀ, ਹਰਿਆਣੇ ਨੂੰ ਦਿੱਤਾ ਹੋਇਆ, ਜਿਹੜਾ ਚੰਡੀਗੜ੍ਹ ਸਾਡਾ ਕੈਪੀਟਲ ਹੋਣਾ ਚਾਹੀਦਾ ਜਿਹਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਆਉਣੇ ਚਾਹੀਦੇ ਆ। ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਅਸੈਂਬਲੀ 'ਚ ਡਟ ਕੇ ਪਹਿਰਾ ਦੇਵਾਂਗੇ। ਜਿਹੜਾ ਸਾਡੇ ਉੱਤੇ ਇੱਕ 3500 ਕਰੋੜ ਦਾ ਕਰਜ਼ਾ ਇਹਨਾਂ ਨੇ ਇੱਕ ਇੰਡੈਮਨਿਟੀ ਲਈ ਹੋਈ ਹੈ ਵੌਰ ਦੀ, ਉਹਦੇ ਬਾਰੇ ਅਸੀਂ ਸਪਸ਼ਟ ਪੁੱਛਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਡੇ ਵਿਰੋਧ 'ਚ ਕੋਈ ਸਟੇਟ ਪੰਜਾਬ ਨੂੰ ਸਟੇਟ ਮੰਨਦੇ ਹੋ ਅਤੇ ਸਾਡੇ ਉੱਤੇ ਇੰਡੈਮਨਿਟੀਜ਼ ਲਾ ਰਹੇ ਹੈਗੇ ਹੋ, ਫਿਰ ਤੁਸੀਂ ਸਪਸ਼ਟ ਕਰੋ ਕਿ ਅਸੀਂ ਯੂਨੀਅਨ ਦੇ ਪਾਰਟ ਹੈਗੇ ਕਿ ਨਹੀਂ ਤਾਂ ਫਿਰ ਸਾਡੇ ਤੋਂ ਕਿਵੇਂ ਮੰਗਦੇ ਹੋ ਯੂਨੀਅਨ ਖਰਚਾ ਚੱਕੇ। ਪ੍ਰੈਜ਼ੀਡੈਂਟਲ ਰੂਲ ਲੱਗਿਆ ਹੋਇਆ ਸੀਗਾ, ਤੁਸੀਂ ਆਪ ਸਾਰਾ ਕੁਝ ਕੀਤਾ ਹੈਗਾ, ਇਹ ਖਰਚੇ ਤੁਸੀਂ ਆਪ ਚੱਕੋ ਜਾਂ ਸਾਨੂੰ ਕਹਿ ਦਿਓ ਕਿ ਆਜ਼ਾਦ ਮੁਲਕ ਹੋ ਤੁਸੀਂ ਅਤੇ ਤੁਸੀਂ ਆਹ ਪੈਸੇ ਦੇ ਦਿਓ, ਅਸੀਂ ਪੈਸੇ ਦੇ ਕੇ ਭਰ ਕੇ ਆਪਦਾ ਮੁਲਕ ਚਲਾਈਏ। ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇਮਾਨ ਸਿੰਘ ਮਾਨ ਜੀ ਜੁੜੇ ਹੋਏ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਨੇ। ਤਾਂ ਅੱਜ ਮਨੁੱਖੀ ਅਧਿਕਾਰਾਂ ਦੀ ਕਨਵੈਨਸ਼ਨ ਦੇ ਦੌਰਾਨ ਇੱਥੇ ਇਕੱਠੇ ਹੋਏ ਸੀ, ਤਾਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਸਿੱਧੇ ਤੌਰ 'ਤੇ ਸੈਂਟਰ ਗੌਰਮੈਂਟ ਉੱਤੇ ਇਲਜ਼ਾਮ ਵੀ ਲਗਾਏ ਨੇ ਕਿ ਲਗਾਤਾਰ ਸੈਂਟਰ ਗੌਰਮੈਂਟ ਪੰਜਾਬ ਦੇ ਉੱਤੇ ਅਧਿਕਾਰ ਆਪਣਾ ਲਗਾਤਾਰ ਜਮਾ ਰਹੀ ਹੈ, ਵੱਧ ਅਧਿਕਾਰਾਂ ਉੱਤੇ ਡਾਕਾ ਜਿਹੜਾ ਲਗਾਤਾਰ ਮਾਰ ਰਹੀ ਹੈ। ਸੋ ਕੈਮਰਾਮੈਨ ਦਲਜੀਤ ਦੇ ਨਾਲ ਅਮਨਦੀਪ ਸਿੰਘ ਗੜੀ, ਸਿੱਖ ਚੈਨਲ UK।